ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ। ਭਾਸਕਰ ਸਾਹਿਬ ਵੈਲਕਮ। बहुत बहुत शुक्रिया रंधावा जी। ਭਾਸਕਰ ਸਾਹਿਬ, ਪੰਜਾਬ ਦੀ ਭਵਿੱਖੀ ਰਾਜਨੀਤੀ ਦੀ ਤਸਵੀਰ ਸਾਫ਼ ਹੋ ਗਈ। ਜਿਵੇਂ ਧੂਕ ਸੀਟ ਦੀ ਰਾਜਨੀਤੀ ਤੁਰ ਪਈ, ਅਜੇ ਤੱਕਲੇ ਪਟਿਆਲੇ ਦੇ ਹਾਲਾਤ ਨੇ, ਲੇਕਿਨ ਆਉਂਦੇ ਦਿਨਾਂ 'ਚ ਪੰਜਾਬ ਅਸੈਂਬਲੀ ਦੇ ਐਮਐਲਏ ਕਿੱਦਾਂ ਖਿੱਚੇ ਜਾਣਗੇ ਜਾਂ ਕਿੱਦਾਂ ਛੁਪਾ ਕੇ ਰੱਖੇ ਜਾਣਗੇ, ਇਹ ਸਾਫ਼ ਹੋ ਗਿਆ ਕਿ ਜਿਹੜੀ ਬਹੁਤ ਧਿਰੀ ਲੜਾਈ ਆ, ਇਹਨੇ ਕਿਹੜਾ ਰੁਖ ਅਖਤਿਆਰ ਕਰਨਾ ਹੈ ਤੇ ਅੱਗੇ ਜਾ ਕੇ ਜਿਹੜੀ ਸਮੂਥ ਚੱਲਦੀ ਰਾਜਨੀਤੀ ਆ, ਦੋ ਧੜਿਆਂ ਦੀ ਰਾਜਨੀਤੀ, ਇਹਨੇ ਬਹੁਤ ਵੱਖਰੀਆਂ ਦਿਸ਼ਾਵਾਂ 'ਚ ਅੱਗੇ ਵਧਣਾ, ਰੰਗ ਸਰੂਪ ਬਦਲਨੇ ਨੇ। ਦੂਜੇ ਬੰਨੇ ਨਵਜੋਤ ਸਿੰਘ ਸਿੱਧੂ ਨੇ ਨਸ਼ਿਆਂ ਦੇ ਮਾਮਲੇ 'ਚ ਭੁੱਖ ਹੜਤਾਲ ਦੀ ਧਮਕੀ ਦੇ ਮਾਰੀ। ਧਮਕੀ ਨਹੀਂ, ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਭੁੱਖ ਹੜਤਾਲ ਕਰਨਗੇ। ਉਹ ਕਹਿੰਦੇ ਮੈਂ ਆਪਣਾ ਜੀਵਨ ਸੈਕਰੀਫਾਈਸ ਕਰਨ ਨੂੰ ਤਿਆਰ ਹਾਂ, ਕਿਉਂਕਿ ਸਾਡੀ ਨਸਲ ਖਾ ਲਈ ਨਸ਼ੇ ਨੇ, ਤੇ ਜੇ ਨਸ਼ੇ ਤੇ ਫੈਸਲੇ ਨਹੀਂ ਹੁੰਦੇ ਤਾਂ ਸਾਡੀ ਸਿਆਸਤ ਦਾ ਕੋਈ ਅਰਥ ਨਹੀਂ। ਤੀਜਾ ਸਵਾਲ, ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਹੋਰ ਕੋਈ ਮਾਡਲ ਨਹੀਂ, ਸਿਰਫ ਚੰਨੀ ਮਾਡਲ, ਤੇ ਉਹ ਇਕੱਲੇ ਕੇਜਰੀਵਾਲ ਨੂੰ ਨਹੀਂ ਕਹਿੰਦੇ, ਇਕੱਲੇ ਸੁਖਬੀਰ ਨੂੰ ਨਹੀਂ ਸੁਣਾਉਂਦੇ, ਉਹ ਸਿੱਧੂ ਨੂੰ ਵੀ ਕਹਿੰਦੇ ਆ ਕਿ ਭਾਈ ਹੁਣ ਤਾਂ ਮੇਰੀ ਵਾਰੀ, ਐਡਾ ਸੌਖਾ ਨਹੀਂਗਾ ਪੰਜਾਬ ਮਾਡਲ ਤੇ ਆਉਣਾ, ਚੰਨੀ ਮਾਡਲ ਤੇ ਆਓ। ਮੈਂ ਮੁੜ ਕੇ ਆਵਾਂ ਤਾਂ ਸਭ ਤੋਂ ਪਹਿਲਾਂ ਜੋ ਪਟਿਆਲੇ 'ਚ ਵਾਪਰਦਾ ਹੈ, ਤੁਸੀਂ ਭਾਵੇਂ ਦੂਰ ਬੈਠੇ ਹੋ, ਅੱਜ ਦੇਸ਼ ਦੀ ਰਾਜਧਾਨੀ ਦਿੱਲੀ 'ਚੋਂ ਨਜ਼ਰ ਤੁਹਾਡੀ ਪਟਿਆਲੇ ਦੇ ਆਲੇ ਦੁਆਲੇ ਘੁੰਮਦੀ ਰਹੀ। ਕੈਪਟਨ ਅਮਰਿੰਦਰ ਸਿੰਘ ਨੂੰ ਜਿਵੇਂ ਰੋਕਿਆ ਗਿਆ, ਮੇਰਾ ਖਿਆਲ ਮਹਿਲਾਂ ਵਾਲਿਆਂ ਲਈ ਪਿਛਲੇ ਕਾਫੀ ਸਾਲਾਂ 'ਚ ਇੰਜ ਦਾ ਕਦੇ ਕੋਈ ਤਜਰਬਾ ਨਹੀਂ ਹੋਇਆ, ਕਦੇ ਇੰਜ ਨਹੀਂ ਹੋਇਆ, ਭਾਵੇਂ ਅਕਾਲੀਆਂ ਦਾ ਰਾਜ ਸੀ, ਭਾਵੇਂ ਕਿਸੇ ਦਾ, ਤੂਤੀ ਬੋਲਦੀ ਰਹੀ, ਭਾਵੇਂ ਕਿਸੇ ਰੂਪ 'ਚ ਬੋਲਦੀ ਰਹੀ। ਤੇ ਅੱਜ ਅਗਲਿਆਂ ਕਿਹਾ ਕਿ ਨਾ, ਅੱਗੇ ਨਹੀਂ ਜਾਣਾ, ਤੇ ਜਿੱਥੇ ਸਲੂਟ ਵੱਜਦੇ ਸੀ ਉੱਥੇ ਅੱਜ ਵੋਟਾਂ ਦੀ ਨੌਬਤ ਆਈ ਫਿਰਦੀ ਸੀ। ਤੇ ਦੂਜੇ ਬੰਨੇ ਮੈਨੂੰ ਲੱਗਦਾ ਲਾ ਤਾਂ ਦਿੱਤਾ ਮੇਰ, ਪਰ ਔਖੇ ਹੋ ਕੇ ਲਾਉਣਾ ਪਿਆ। ਲੜਾਈ ਖੂਬ ਹੋਈ, ਬ੍ਰਹਮ ਮਹਿੰਦਰਾ ਧੜਾ ਕਹਿੰਦਾ ਤਾਂ ਹੈ ਕਿ ਜਿੱਤ ਗਏ, ਪਰ ਮੈਨੂੰ ਲੱਗਦਾ ਸਸਪੈਂਡ ਕਰਕੇ ਜਿਹੜੇ ਉੱਥੋਂ ਦੇ ਮੇਅਰ ਨੂੰ, ਅਜੇ ਲੜਾਈ ਸਿੱਧਿਓਂ ਜਿੱਤੀ ਨਹੀਂ ਗਈ, ਬੰਦਿਆਂ ਨਾਲ ਜ਼ੋਰਾਵਰੀ ਨਾਲ ਜਿੱਤੀ ਗਈ ਲੱਗਦੀ ਹੈ। ਟਿੱਪਣੀ ਦਿਓ ਜ਼ਰਾ, ਕੀ ਕਹਿੰਦੇ ਹੋ? ਰੰਧਾਵਾ ਜੀ, ਜਿੱਦਾਂ ਤੁਸੀਂ ਗੱਲ ਦੀ ਸ਼ੁਰੂਆਤ ਕੀਤੀ ਕਿ ਅੱਗੇ ਆਉਣ ਵਾਲੇ ਟਾਈਮ ਵਿੱਚ ਪੰਜਾਬ ਦੀ ਪੋਲਿਟਿਕਸ ਦਾ ਔਰ ਖਾਸ ਕਰਕੇ ਕਾਂਗਰਸ ਦੇ ਦੋ ਫਲ ਹੋਣ ਤੋਂ ਬਾਅਦ ਕੀ ਰੂਪ ਹੋਣਾ ਹੈ, ਉਹਦੀ ਇੱਕ ਤਸਵੀਰ, ਉਹਦਾ ਇੱਕ ਟ੍ਰੇਲਰ ਅੱਜ ਦੇਖਣ ਨੂੰ ਮਿਲਿਆ। ਜਦ ਮੇਅਰ ਜਿਹੜੇ ਪਟਿਆਲੇ ਦੇ ਸੀਗੇ ਉਹਨਾਂ ਦੇ ਖਿਲਾਫ ਨੋ ਕੌਨਫੀਡੈਂਸ ਮੋਸ਼ਨ ਲਿਆਇਆ ਗਿਆ, ਔਰ ਲੜਨ ਵਾਲੇ ਕੌਣ ਸੀਗੇ, ਜੋ ਅੱਜ ਤੋਂ 2 ਮਹੀਨੇ ਪਹਿਲੇ ਬੜੇ ਵਧੀਆ ਇੱਕ ਦੂਜੇ ਨਾਲ ਰਲ ਕੇ ਚੱਲਣ ਵਾਲੀ ਰਾਜਨੀਤੀ ਕਰਦੇ ਸੀਗੇ। ਜਦ ਸਿੱਧੂ ਨਾਲ ਕੈਪਟਨ ਸਾਹਿਬ ਦਾ ਰੇੜਕਾ ਪਿਆ ਤੇ ਉਹ ਬ੍ਰਹਮ ਮਹਿੰਦਰਾ ਹੀ ਸੀਗੇ, ਜਦ ਉਹਨਾਂ ਨੇ ਕਹਿ ਦਿੱਤਾ ਸੀ ਵੀ ਜਦ ਤੱਕ ਸਿੱਧੂ ਕੈਪਟਨ ਸਾਹਿਬ ਤੋਂ ਮਾਫੀ ਨਹੀਂ ਮੰਗੇਗਾ ਮੈਂ ਇਹਦੇ ਨਾਲ ਮਿਲਣਾ ਨਹੀਂ। ਯਾਨੀ ਇੰਨਾ ਕੁ ਸਾਥ ਦੇਣ ਵਾਲੇ ਬ੍ਰਹਮ ਮਹਿੰਦਰਾ ਅੱਜ ਆਮਨੇ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਦੇ ਹੋਏ ਹੋਏ ਜੀ। ਇੱਕ ਮਿੰਟ ਰੁਕ ਜਾਓ। ਇੱਕ ਇਨਸੀਡੈਂਟ ਉਹ ਵੀ ਯਾਦ ਕਰ ਲਓ ਕਿ ਜਦੋਂ ਪ੍ਰਧਾਨ ਬਣਾਤੇ ਗਏ ਸਿੱਧੂ ਤੇ ਕੋਆਰਡੀਨੇਸ਼ਨ ਕਮੇਟੀ ਬਣ ਗਈ, ਮੀਟਿੰਗ ਪਹਿਲੀ ਸੀ, ਤੇ ਜਿਹੜੇ ਮਤਲਬ ਬੁੜਕ ਕੇ ਪੰਜਾਬੀ ਦਾ ਸ਼ਬਦ ਆ ਬੋਲਦੇ ਸੀ ਨਾ ਕੈਪਟਨ ਅਮਰਿੰਦਰ ਸਿੰਘ ਧੜੇ ਵੱਲੋਂ ਸਿੱਧੂ ਦੇ ਖਿਲਾਫ, ਉਹ ਬ੍ਰਹਮ ਮਹਿੰਦਰਾ ਹੀ ਸੀਗੇ ਪਹਿਲੀ ਕੋਆਰਡੀਨੇਸ਼ਨ ਕਮੇਟੀ 'ਚ। ਤੇ ਜਦੋਂ ਸਿੱਧੂ ਸਾਹਿਬ ਇੱਕ ਵੱਡੇ ਅਧਿਕਾਰੀ ਨੂੰ ਮੈਸੇਜ ਕਰਦੇ ਸੀ, ਇਹਨਾਂ ਨੂੰ ਚੁੱਪ ਕਰਾਓ, ਚੰਗੇ ਮਾਹੌਲ 'ਚ ਗੱਲ ਹੋ ਲੈਣ ਦਈਏ, ਇਹ ਅੰਦਰਲੇ ਬੰਦੇ ਜਾਣਦੇ ਆ ਕਿ ਅੰਦਰ ਕੀ ਵਾਪਰਿਆ ਸੀ, ਪਰ ਉਦੋਂ ਬ੍ਰਹਮ ਮਹਿੰਦਰਾ ਉਸ ਕੋਆਰਡੀਨੇਸ਼ਨ ਕਮੇਟੀ 'ਚ ਸਿੱਧੂ ਨੂੰ ਨੌਕਰੀ ਲਾਉਣ ਲਈ ਪੂਰਾ ਤਾਣ ਲਾ ਰਹੇ ਸੀ। ਤੇ ਅੱਜ ਦੇਖੋ ਮਾਹੌਲ ਬਦਲਦਿਆਂ, ਕੀ ਕਹਿੰਦੇ ਹੋ? ਬਿਲਕੁਲ ਠੀਕ ਕਹਿ ਰਹੇ ਹੋ। ਔਰ ਅੱਜ ਜਦ ਕੈਪਟਨ ਅਮਰਿੰਦਰ ਸਿੰਘ ਉਸ ਪਟਿਆਲੇ ਸ਼ਹਿਰ ਦੇ ਵਿੱਚ, ਜਿਸ ਸ਼ਹਿਰ ਦੇ ਨਾਲ ਉਹਨਾਂ ਦਾ 400 ਸਾਲ ਤੋਂ ਵੀ ਵੱਧ ਦਾ ਸਾਂਝਾ ਹੈਗਾ, ਇੱਕ ਤਰੀਕੇ ਨਾਲ ਉੱਥੇ ਪਟਿਆਲੇ ਦੇ ਮਹਾਰਾਜਾ ਦੇ ਰੂਪ ਵਿੱਚ ਵੀ ਜਾਣੇ ਜਾਂਦੇ ਨੇ, ਜਦ ਉਹ ਕਾਰਪੋਰੇਸ਼ਨ ਦੇ ਦਫ਼ਤਰ ਗਏ ਤੇ ਉਹਨਾਂ ਦੀ ਗੱਡੀਆਂ ਨੂੰ ਅੰਦਰ ਨਹੀਂ ਜਾਣ ਦਿੱਤਾ। ਕਾਫੀ ਦੇਰ ਤੱਕ ਗੇਟ ਤੇ ਖੜੇ ਰਹੇ, ਬਹਿਸੋਬਾਜ਼ੀ ਹੋਈ। ਉਸ ਤੋਂ ਬਾਅਦ ਪੈਦਲ ਤੁਰ ਕੇ ਉਹਨਾਂ ਨੂੰ ਕਾਰਪੋਰੇਸ਼ਨ ਦੀ ਬਿਲਡਿੰਗ ਵਿੱਚ ਐਂਟਰ ਕਰਨਾ ਪਿਆ। ਔਰ ਉਹਨਾਂ ਦੇ ਸਾਹਮਣੇ ਜੋ ਕੁਝ ਹੋਇਆ, ਜਿਹੜੀ ਪੁਲਿਸ ਕੈਪਟਨ ਸਾਹਿਬ ਦੇ ਇਸ਼ਾਰੇ ਤੇ ਜਿਹਨੂੰ ਮਰਜ਼ੀ ਅੰਦਰ ਕਰ ਦਿੰਦੀ ਸੀ, ਅੱਜ ਉਹ ਕੈਪਟਨ ਸਾਹਿਬ ਨੂੰ ਵੀ ਅੱਖਾਂ ਕੱਢ ਕੇ ਦੇਖ ਰਹੀ ਸੀਗੀ। ਔਰ ਜਦ ਨਿਜ਼ਾਮ ਚੇਂਜ ਹੁੰਦਾ ਹੈ ਔਰ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਆ, ਉਹਦੀ ਤਸਵੀਰ ਅੱਜ ਪੂਰੇ ਪੰਜਾਬ ਨੇ ਵੇਖੀ। ਭਾਵੇਂ ਗੱਲ ਪਟਿਆਲੇ ਦੀ ਸੀਗੀ, ਪਰ ਪੂਰਾ ਪੰਜਾਬ ਵੇਖ ਰਿਹਾ ਸੀਗਾ ਕਿ ਪਟਿਆਲੇ ਦੇ ਵਿੱਚ ਅੱਜ ਹੋਏਗਾ ਕੀ। ਹੋਇਆ ਉਹੀ ਜਿਹੜਾ ਹੋਣਾ ਸੀਗਾ। ਨੋ ਕੌਨਫੀਡੈਂਸ ਮੋਸ਼ਨ, ਉਹ ਪਟਿਆਲੇ ਦੇ ਜਿਹੜੇ ਕੈਪਟਨ ਸਾਹਿਬ ਦੇ ਨਜ਼ਦੀਕੀ ਮੇਅਰ ਬਿੱਟੂ ਹੋਣਾ, ਉਹ ਅੱਜ ਕਹਿੰਦੇ ਆ ਕਿ ਹਾਰ ਗਏ। ਅਸੀਂ ਇਹ ਗੱਲ ਕਿਉਂ ਕਹਿ ਰਹੇ ਹਾਂ ਕਿ ਕਹਿੰਦੇ ਆ, ਕਿਉਂਕਿ ਅੰਦਰ ਜੋ ਕੁਝ ਹੋਇਆ ਉਹਦੇ ਵਿੱਚ ਮੀਡੀਆ ਨੂੰ ਜਾਣ ਨਹੀਂ ਦਿੱਤਾ ਗਿਆ। ਬਾਹਰ ਬ੍ਰਹਮ ਮਹਿੰਦਰਾ ਉਹਨਾਂ ਦਾ ਇੱਕ ਬਿਆਨ ਆਇਆ ਕਿ ਵੀ ਸੰਜੀਵ ਬਿੱਟੂ ਹੋਣਾ ਨੋ ਕੌਨਫੀਡੈਂਸ ਮੋਸ਼ਨ ਨੂੰ ਹਾਰ ਗਏ ਨੇ, ਔਰ ਬਿੱਟੂ ਉਹਨਾਂ ਦੇ ਬਿਆਨ ਦੇ ਹਿਸਾਬ ਨਾਲ ਉਹ ਹੁਣ ਹਾਈ ਕੋਰਟ ਜਾਣ ਦੀ ਤਿਆਰੀ ਕਰ ਰਹੇ ਨੇ।
ਕੋਰਟ ਜਾਣ ਦੀ ਤਿਆਰੀ ਕਰ ਰਹੇ ਨੇ, ਕਿਉਂਕਿ ਜਿਸ ਤਰੀਕੇ ਨਾਲ ਅੱਜ ਧੱਕੇਸ਼ਾਹੀ ਨਿਗਮ ਦੇ ਹਾਊਸ ਦੇ ਵਿੱਚ ਹੋਈ, ਉਹਦੇ ਖਿਲਾਫ ਉਹ ਆਪਣੀ ਆਵਾਜ਼ ਬੁਲੰਦ ਕਰਨ ਚੱਲੇ ਨੇ। ਔਰ ਕੈਪਟਨ ਅਮਰਿੰਦਰ ਸਿੰਘ ਵੀ ਉਸ ਟਾਈਮ ਕਾਰਪੋਰੇਸ਼ਨ ਆਫਿਸ ਵਿੱਚ ਮੌਜੂਦ ਸੀਗੇ, ਔਰ ਇੱਕ ਕਾਉਂਸਲਰ ਨੂੰ ਇੱਕ ਧਿਰ ਜਿੱਦਾਂ ਖਿੱਚ ਕੇ ਲੈ ਕੇ ਜਾ ਰਹੀ ਸੀ। ਉਹ ਇਦਾਂ ਲੱਗਦਾ ਸੀਗਾ ਵੀ ਬਿਹਾਰ ਦੇ ਵਿੱਚ ਤੇ ਆਪਾਂ ਇਦਾਂ ਦੇ ਸੀਨ ਦੇਖੇ ਸੀਗੇ ਕਿ ਕਿਸੇ ਨੂੰ ਚੱਕ ਕੇ ਲੈ ਕੇ ਜਾਣਾ, ਐਮਐਲਏ ਨੂੰ ਬੱਸਾਂ ਦੇ ਵਿੱਚ ਇੱਧਰ ਉੱਧਰ ਲੈ ਕੇ ਜਾਣਾ, ਪਰ ਉਹ ਇੱਕ ਕਾਉਂਸਲਰ ਨੂੰ ਜਿਸ ਤਰੀਕੇ ਨਾਲ ਖਿੱਚਿਆ ਜਾ ਰਿਹਾ ਸੀਗਾ, ਉਸ ਟਾਈਮ ਐ ਤਾਂ ਨਹੀਂ ਪਤਾ ਸੀਗਾ ਵੀ ਕਿਹੜੀ ਧਿਰ ਕਿਹਨੂੰ ਖਿੱਚ ਰਹੀ ਹੈ। ਪਰ ਬਾਅਦ ਚੋਂ ਪਤਾ ਲੱਗਿਆ ਕਿ ਬਈ ਉਹ ਜਿਹੜੇ ਬ੍ਰਹਮ ਮਹਿੰਦਰਾ ਦੇ, ਹੁਣ ਬ੍ਰਹਮ ਮਹਿੰਦਰਾ ਦੇ ਇਹ ਵੀ ਜਦ ਆਪਾਂ ਕਹਿੰਦੇ ਆ ਕਿ ਬੜਾ ਅਜੀਬ ਜਿਹਾ ਲੱਗਦਾ ਹੈ ਕਿ ਕੈਪਟਨ ਸਾਹਿਬ ਦੇ ਖਿਲਾਫ ਬ੍ਰਹਮ ਮਹਿੰਦਰਾ ਇਸ ਤਰ੍ਹਾਂ ਖੜੇ ਸੀਗੇ ਕਿ ਅੱਜ ਜਿੱਤ ਕੇ ਜਾਣਾ ਹੈ। ਉਹ ਇਦਾਂ ਦੇ ਹਾਲਾਤ ਦੇ ਵਿੱਚ ਹੋ ਤੇ ਗਿਆ ਜਿਹੜਾ ਕਰਨਾ ਸੀਗਾ, ਪਰ ਇਹਦਾ ਅਸਰ ਪਟਿਆਲੇ ਸ਼ਹਿਰ ਤੇ ਪੰਜਾਬ ਤੇ ਪੰਜਾਬ ਦੀ ਪੋਲਿਟਿਕਸ ਤੇ ਕੀ ਪਏਗਾ, ਉਹ ਆਉਣ ਵਾਲੇ ਟਾਈਮ ਵਿੱਚ ਹੀ ਦੇਖਣ ਨੂੰ ਮਿਲੇਗਾ। ਅੱਜ ਸਵੇਰੇ ਇੱਕ ਅਫਵਾਹ ਉੜੀ ਸੀਗੀ ਕਿ 12 ਐਮਐਲਏ ਨੇ ਕੈਪਟਨ ਸਾਹਿਬ ਦੇ ਹੱਕ ਵਿੱਚ ਇਸਤੀਫਾ ਦੇ ਦਿੱਤਾ। ਖੈਰ ਖਬਰ ਉਹ ਬਾਅਦ ਚੋਂ ਪਤਾ ਲੱਗਿਆ ਮੇਘਾਲਿਆ ਦੇ 12-13 ਐਮਐਲਏ ਨੇ ਇਸਤੀਫਾ ਦਿੱਤਾ ਹੈ, ਔਰ ਉਹ ਤ੍ਰਿਣਮੂਲ ਕਾਂਗਰਸ ਨੂੰ ਜੁਆਇਨ ਕਰਨ ਵਾਲੇ ਨੇ। ਪਰ ਪੰਜਾਬ ਦੇ ਬਾਰੇ 'ਚ ਵੀ ਇਦਾਂ ਦੀ ਅਫਵਾਹਾਂ, ਹੁਣ ਅਫਵਾਹਾਂ ਜਦ ਉੜਦੀ ਹੈ ਨਾ ਤੇ ਉਹ ਲੱਗਦਾ ਹੈ ਕਿ ਸੱਚੀ ਵੀ ਹੋ ਸਕਦੀ ਹੈ, ਔਰ ਜਦ ਤੁਸੀਂ ਉਹਨੂੰ ਕਨਫਰਮ ਕਰਨ ਦੀ ਗੱਲ ਕਰਦੇ ਹੋ ਤੇ ਅਗਲਾ ਬੰਦਾ ਪਹਿਲੇ ਹੀ ਤਿਆਰ ਹੁੰਦਾ ਹੈ, ਕਹਿੰਦਾ ਭਾਜੀ 12 ਨਹੀਂ 22 ਹੋਣੇ ਹੈ, 22 ਨਹੀਂ 35 ਹੋਣੇ ਹੈ। ਯਾਨੀ ਇਸ ਤਰੀਕੇ ਦੀ ਅਫਵਾਹਾਂ ਜਿਹੜੀ ਉੜ ਰਹੀ ਹੈ, ਔਰ ਪਟਿਆਲੇ ਦੇ ਵਿੱਚ ਜੋ ਕੁਝ ਹੋਇਆ ਉਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਐਤਕੀ ਪੰਜਾਬ ਦੇ ਇਲੈਕਸ਼ਨ ਬੜੇ ਜ਼ਬਰਦਸਤ ਹੋਣ ਵਾਲੇ ਨੇ, ਔਰ ਜੋ ਕੁਝ ਅਸੀਂ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕਦੀ ਦੇਖਿਆ ਨਹੀਂ ਸੀ, ਸੁਣਿਆ ਨਹੀਂ ਸੀ, ਉਹ ਐਤਕੀ ਹੋਣ ਵਾਲਾ ਹੈ। ਪਰ ਹੁੰਦਾ ਕੀ ਹੈ, ਚਲੋ ਆਉਣ ਵਾਲੇ ਟਾਈਮ ਵਿੱਚ ਹੀ ਪਤਾ ਲੱਗੇਗਾ। ਪਰ ਪਟਿਆਲੇ ਦੇ ਵਿੱਚ ਵਾਕਈ ਅੱਜ ਰਾਜਨੀਤੀ ਦਾ ਇੱਕ ਨਵਾਂ ਰੰਗ ਤੇ ਰੂਪ ਦੇਖਣ ਨੂੰ ਮਿਲਿਆ। ਪਰ ਭਾਸਕਰ ਸਾਹਿਬ, ਇਹ ਵੀ ਭੁੱਲਣਾ ਨਹੀਂ ਚਾਹੀਦਾ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੀਡੀਆ ਕਰਮੀਆਂ ਨੇ ਇਹ ਪੁੱਛਿਆ ਬਈ ਇੱਕ ਸਾਬਕਾ ਮੁੱਖ ਮੰਤਰੀ ਏਡਾ ਵੱਡਾ ਵਿਅਕਤੀ ਆ, ਨਿਗਮ ਦੀਆਂ ਚੋਣਾਂ ਦੇ ਵਿੱਚ ਐਵੇਂ ਆਵੇ, ਗੱਲ ਬਣਦੀ ਨਹੀਂ, ਜਾਂ ਤੁਹਾਡਾ ਆਉਣ ਦਾ ਕਿਵੇਂ ਅਰਥ ਲਈਏ, ਤਾਂ ਉਹਨਾਂ ਨੇ ਕਿਹਾ ਕਿ ਜੇ ਇਹ ਮੇਰੇ ਲਈ ਖੜ ਸਕਦੇ ਆ ਤੇ ਮੈਂ ਇਹਨਾਂ ਲਈ ਨਹੀਂ ਖੜ ਸਕਦਾ। ਇਹ ਰਾਜਨੀਤੀ ਦਾ ਜਿਹੜਾ ਨਵਾਂ ਰੂਪ ਆ, ਕੈਪਟਨ ਅਮਰਿੰਦਰ ਸਿੰਘ ਕਿਸੇ ਦੇ ਮਗਰ ਘੱਟ ਹੀ ਗਏ ਕਦੀ। ਕੈਪਟਨ ਅਮਰਿੰਦਰ ਸਿੰਘ ਆਪਣੇ ਮਹਿਲ ਚੋਂ ਨਹੀਂ ਨਿਕਲੇ, ਭਾਵੇਂ ਉਹ ਸਿਸਵਾਂ ਵਾਲਾ ਮਹਿਲ, ਨਵਾਂ ਮਹਿਲ, ਤੇ ਭਾਵੇਂ ਪੁਰਾਣਾ ਮੋਤੀ ਮਹਿਲ ਆ। ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਬਦਲੀ ਹੋਈ ਸ਼ੈਲੀ ਆ, ਇਹ ਕਿਸ ਗੱਲ ਦੀ ਸੂਚਕ ਆ? ਹੁਣ ਲੜਾਈ ਆਪਣਿਆਂ ਨਾਲ ਆ, ਲੜਾਈ ਆਪਣੇ ਸ਼ਹਿਰ ਨੂੰ ਬਚਾਉਣ ਦੀ ਵੀ ਆ, ਉਹਨਾਂ ਦੀ ਲੜਕੀ ਉਹਨਾਂ ਦੇ ਨਾਲ ਆ, ਉਹਨਾਂ ਦਾ ਪਰਿਵਾਰ ਉਹਨਾਂ ਦੇ ਨਾਲ ਨਜ਼ਰ ਆਇਆ। ਲੇਕਿਨ ਉਸ ਤੋਂ ਵੀ ਵੱਡੀ ਗੱਲ ਆ ਕਿ ਆਉਂਦੇ ਦਿਨਾਂ 'ਚ ਜਿਹੜੇ ਵੀ ਜਿੱਥੇ ਵੀ ਕਾਂਗਰਸੀ ਕਿਤੇ ਨਾਰਾਜ਼ ਹੋਣਗੇ, ਉਹ ਕੈਪਟਨ ਨਾਲ ਜੁੜਨਗੇ, ਜਾਂ ਕੈਪਟਨ ਅਮਰਿੰਦਰ ਸਿੰਘ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਪਹਿਲਾਂ ਵਾਲਾ ਨਹੀਂ ਰਿਹਾ, ਜਿਹੜੇ ਮੇਰੇ ਨਾਲ ਖਲੋਣਗੇ, ਕਿਉਂਕਿ ਕੈਪਟਨ ਕੱਲਾ ਨਹੀਂ ਨਜ਼ਰ ਆ ਸਕਦੇ ਇਸ ਵੇਲੇ, ਉਹਨਾਂ ਦੇ ਪਿੱਛੇ ਬੀਜੇਪੀ ਦੀ ਸੈਂਟਰਲ ਤਾਕਤ ਸਾਰੀ। ਹੁਣ ਸੈਂਟਰਲ ਤਾਕਤ ਦਾ ਇੱਕ ਦ੍ਰਿਸ਼ ਅੱਜ ਫਿਰ ਦੇਖਣ ਨੂੰ ਮਿਲਿਆ। ਪਹਿਲਾਂ ਖਹਿਰਾ ਤੇ ਈਡੀ ਵਾਲਾ ਮਾਮਲਾ ਸੀ, ਫਿਰ ਇਨਕਮ ਟੈਕਸ ਦਾ ਮਨਪ੍ਰੀਤ ਇਆਲੀ ਵਾਲਾ ਮਾਮਲਾ ਸੀ, ਫਿਰ ਅੱਜ ਕੇਬਲ ਆਪਰੇਟਰ ਜਿਹੜੇ ਹੈਗੇ ਆ, ਫਾਸਟਵੇ ਦਾ ਸ਼ਾਇਦ ਜ਼ਿਕਰ ਆ ਰਿਹਾ ਕਿ ਉਹਨਾਂ ਦੇ ਖਿਲਾਫ ਈਡੀ ਦੀ ਰੇਡਸ ਹੋਈਆਂ ਨੇ। ਸੋ ਕੈਪਟਨ ਅਮਰਿੰਦਰ ਸਿੰਘ ਨਿਹੱਥੇ ਨਹੀਂ ਗਏ, ਇਹ ਪੰਜਾਬ ਦੇ ਐਮਐਲਏਜ਼ ਨੂੰ ਪਤਾ ਹੋਊ, ਪੰਜਾਬ ਦੀਆਂ ਬਹੁਤ ਸਾਰੀਆਂ ਧਿਰਾਂ ਨੂੰ ਜਿਹੜੀਆਂ ਕਾਰੋਬਾਰ 'ਚ ਨੇ ਜਾਂ ਜਿਹੜੀਆਂ ਵੱਖ-ਵੱਖ ਮਾਮਲਿਆਂ 'ਚ ਨੇ, ਉਹਨਾਂ ਨੂੰ ਅੰਦਾਜ਼ਾ ਹੋਊਗਾ ਕਿ ਕੈਪਟਨ ਅਮਰਿੰਦਰ ਸਿੰਘ ਪਾਵਰ ਤੋਂ ਬਾਹਰ ਹੋ ਕੇ ਵੀ ਅਜੇ ਪਾਵਰਫੁਲ ਹੈਗੇ ਆ, ਕਿਉਂਕਿ ਇੱਕ ਧਿਰ ਉਹਨਾਂ ਦੇ ਮਗਰ ਖੜੀ ਆ। ਹੋ ਸਕਦਾ ਇਸ ਪਾਵਰ ਕਰਕੇ ਲੋਕ ਹੌਲੀ-ਹੌਲੀ ਉਲਰਨੇ ਸ਼ੁਰੂ ਹੋ ਜਾਣ ਕੈਪਟਨ ਅਮਰਿੰਦਰ ਵੱਲ। ਵਾਕਈ ਪੰਜਾਬ ਦੀ ਰਾਜਨੀਤੀ 'ਚ ਜਿਵੇਂ ਇਹ ਈਡੀ ਦਾ ਰੋਲ, ਇਨਕਮ ਟੈਕਸ ਦਾ ਰੋਲ, ਇਹਨੂੰ ਲੈ ਕੇ ਮੈਨੂੰ ਲੱਗਦਾ ਕਿ ਆਉਂਦੇ ਦਿਨ ਦੋ ਪਾਵਰਾਂ ਭਿੜਨਗੀਆਂ। ਅਕਾਲੀ ਤੇ ਆਮ ਆਦਮੀ ਪਾਰਟੀ ਥੋੜੇ ਪਿੱਛੇ ਨਜ਼ਰ ਆ ਰਹੇ ਆ। ਕੇਜਰੀਵਾਲ ਦਾ ਕੌਨਫੀਡੈਂਸ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਤਗੜਾ ਲੱਗਦਾ ਹੈ। ਕੇਜਰੀਵਾਲ ਦਾ ਕੌਨਫੀਡੈਂਸ ਲੈਵਲ, ਉਹਨਾਂ ਦਾ ਜਿਹੜਾ ਆਪਣਾ ਇੱਕ ਪੱਧਰ ਆ ਵਿਸ਼ਵਾਸ ਦਾ, ਆਤਮ ਵਿਸ਼ਵਾਸ ਦਾ, ਉਹ ਇੰਜ ਲੱਗਦਾ ਜਿਵੇਂ ਉਹਨਾਂ ਨੇ ਚੂਜ਼ ਕਰ ਰੱਖਿਆ ਵੀ ਇਹ ਕਰਨਾ, ਔਰ ਉਹਨਾਂ ਨੂੰ ਲੱਗਦਾ ਵੀ ਹੈ ਕਿ ਮੇਰਾ ਇਹ ਤਰੁੱਪ ਦਾ ਪੱਤਾ ਸਾਬਤ ਹੋਊਗਾ, ਜਿਹੜਾ ਮੈਂ ਜਦੋਂ ਕੌਨਫੀਡੈਂਸ ਨਾਲ ਕਹਿੰਦੇ ਕਿ ਮੈਂ ਦੇਵਾਂਗਾ ਚਿਹਰਾ, ਤੇ ਚਿਹਰਾ ਵੀ ਵਧੀਆ ਹੋਊਗਾ। ਮੈਂ ਇੱਥੇ ਇਹ ਗੱਲ ਪੁੱਛਣੀ ਆ, ਜਦੋਂ ਪਟਿਆਲੇ ਦੀ ਲੜਾਈ ਚੱਲ ਰਹੀ ਸੀ, ਔਰ ਪਟਿਆਲੇ ਦੀ ਲੜਾਈ ਦੇ ਵਿੱਚ ਸਿੱਧੂ ਨੂੰ ਘਟਾ ਕੇ ਨਹੀਂ ਵੇਖ ਸਕਦੇ, ਉਸੇ ਵੇਲੇ ਸਿੱਧੂ ਨੇ ਆਪਣੇ ਪੁਰਾਣੇ ਸ਼ਰੀਕਾਂ ਤੇ, ਆਪਾਂ ਨਾਂ ਕਿਸੇ ਦਾ ਨਹੀਂ ਅੱਜ ਲੈਣਾ, ਪੁਰਾਣੇ ਸ਼ਰੀਕਾਂ ਦੇ ਉੱਤੇ ਸਿੱਧਾ ਹਮਲਾ ਬੋਲਿਆ। ਉਹਨਾਂ ਨਸ਼ੇ ਦੇ ਮਾਮਲਿਆਂ 'ਚ ਆਪਣੀ ਸਰਕਾਰ ਨੂੰ ਬੜਾ, ਜਿਹਨੂੰ ਕਹਿੰਦੇ ਨਾ ਵੀ ਇਨਵਰਟਡ ਕਾਮਾਸ ਦੇ ਵਿੱਚ, ਬਿਲਕੁਲ ਸਟੀਕ ਨਿਸ਼ਾਨੇ ਤੇ ਲਿਆ ਕਿ ਮੈਂ ਆਪਣਾ ਜੀਵਨ ਦਾਅ ਤੇ ਲਾਉਂਗਾ, ਮੈਂ ਭੁੱਖ ਹੜਤਾਲ ਤੇ ਬੈਠੂੰਗਾ, ਇਹਦਾ ਅੰਜਾਮ ਜੋ ਵੀ ਹੋਵੇ, ਮੇਰੀ ਜਾਨ ਜਾਂਦੀ ਜਾਵੇ, ਪਰ ਮੈਂ ਬੈਠ ਰਿਹਾ। ਉਹਨਾਂ ਦੇ ਕੋਈ ਮੇਰੇ ਕੋਲ ਸਮਾਂ ਨਹੀਂ ਦੱਸਿਆ,
ਕੋਈ ਟਾਈਮ ਨਹੀਂ ਦੱਸਿਆ, ਪਰ ਉਹ ਕਹਿੰਦੇ ਜੇ STF ਦੀ ਰਿਪੋਰਟ ਨਾ ਖੁੱਲੀ, ਉਹ ਅਦਾਲਤ ਦਾ ਜ਼ਿਕਰ ਵੀ ਨਹੀਂ ਕਰ ਰਹੇ, ਜੇ STF ਦੀ ਰਿਪੋਰਟ ਨਾ ਖੁੱਲੀ, ਉਹ ਕਹਿੰਦੇ ਹਾਈ ਕੋਰਟ ਨੇ ਕਿਹਾ ਖੋਲ ਸਕਦੇ ਹੋ, ਫਿਰ ਖੋਲਦੇ ਕਿਉਂ ਨਹੀਂ, ਤੇ ਜੇ ਨਾ ਖੁੱਲੀ ਤੇ ਮੈਂ ਭੁੱਖ ਹੜਤਾਲ ਰੱਖਾਂਗਾ, ਮੈਂ ਜੀਵਨ ਦਾਅ ਤੇ ਲਾ ਦਾਂਗਾ। ਇਹਨੂੰ ਵੀ ਜੋੜ ਕੇ ਦੇਖ ਲਓ ਜ਼ਰਾ ਸਿਆਸਤ ਨਾਲ। ਬਿਲਕੁਲ, ਪਹਿਲੇ ਤੇ ਗੱਲ ਕਰੀਏ ਜਿਹੜੀ ਕੈਪਟਨ ਸਾਹਿਬ ਦੀ, ਜਦ ਅੱਜ ਮਹਾਰਾਜਾ ਆਫ ਪਟਿਆਲਾ ਨੰਗੇ ਪੈਰ ਤੇ ਨਹੀਂ ਕਹਿੰਦੇ, ਚਲੋ ਪੈਦਲ ਚੱਲ ਕੇ ਕਾਰਪੋਰੇਸ਼ਨ ਆਫਿਸ ਵਿੱਚ ਪਹੁੰਚੇ, ਤੇ ਉਹਨਾਂ ਨੇ ਆਪਣੀ ਜਿਹੜੀ ਇਮੇਜ ਜਿੱਦਾਂ ਦੀ ਉਹਨਾਂ ਦੀ ਸੀਗੀ ਕਿ ਵੀ ਉਹ ਛੇਤੀ ਕਿਤੇ ਐਮਐਲਏ ਨੂੰ ਵੀ ਨਹੀਂ ਮਿਲਦੇ, ਤੇ ਅੱਜ ਕਾਰਪੋਰੇਸ਼ਨ ਵਿੱਚ ਦੇਖੇ ਗਏ, ਇਹ ਇਮੇਜ ਚੇਂਜ ਤੇ ਸੀਗਾ। ਪਰ ਦੂਜੇ ਪਾਸੇ ਜੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਟਰੈਵਲ ਕਰਨ ਦਾ ਕਦੀ ਮੌਕਾ ਮਿਲੇ, ਔਰ ਮੈਨੂੰ ਕਈ ਵਾਰ ਮੌਕਾ ਮਿਲਿਆ ਵੀ, ਤੇ ਮੈਂ ਇੱਕ ਗੱਲ ਨੋਟ ਕੀਤੀ ਕਿ ਵੀ ਜਿਹੜਾ ਰੂਟ ਲੱਗਿਆ ਹੁੰਦਾ ਨਾ, ਜਿਹਦੇ ਵਿੱਚ ਕਾਂਸਟੇਬਲ ਦੂਜੇ ਪਾਸੇ ਮੂੰਹ ਕਰਕੇ ਖੜੇ ਹੁੰਦੇ ਨੇ ਔਰ ਜਦ ਸਲੂਟ ਮਾਰਦੇ ਨੇ, ਤੇ ਕੈਪਟਨ ਸਾਹਿਬ ਹਰ ਇੱਕ ਸਿਪਾਹੀ ਦਾ ਜਵਾਬ ਸਲੂਟ ਨਾਲ ਦਿੰਦੇ ਨੇ। ਇਹ ਇੱਕ ਸਭ ਤੋਂ ਜ਼ਿਆਦਾ ਡਿਫਰੈਂਟ ਗੱਲ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਨੋਟ ਕੀਤੀ, ਕਿਉਂਕਿ ਜਦ ਤੁਸੀਂ ਸੁਖਬੀਰ ਬਾਦਲ ਉਹਨਾਂ ਨਾਲ ਜਾਂ ਅੱਜ ਚੰਨੀ ਸਾਹਿਬ ਨਾਲ ਵੀ ਘੁੰਮਦੇ ਹੋ, ਤੇ ਉਹ ਸਲੂਟ ਵਾਲੀ ਗੱਲ ਕਿਸੇ ਜਗ੍ਹਾ ਦੇਖਣ ਨੂੰ ਨਹੀਂ ਮਿਲੀ। ਪਰ ਚਲੋ ਗੱਲ ਤੁਸੀਂ ਸਿੱਧੂ ਸਾਹਿਬ ਤੋਂ ਸ਼ੁਰੂ ਕੀਤੀ। ਹੁਣ ਸਿੱਧੂ ਸਾਹਿਬ ਬੜੇ ਟਾਈਮ ਤੋਂ ਟਵੀਟ ਹੋ ਰਹੇ ਨੇ ਕਿ ਵੀ ਜੇ ਤੁਸੀਂ ਅਗਰ ਇਹ ਨਹੀਂ ਜਾਰੀ ਕੀਤੀ ਰਿਪੋਰਟ, ਤੇ ਖਾਸ ਕਰਕੇ STF ਦੇ ਵਿੱਚ ਜਿਹੜੀ ਰਿਪੋਰਟ ਸੀਗੀ ਕੋ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈਗੀ, ਬੰਦ ਲਿਫਾਫੇ ਦੇ ਵਿੱਚ ਪਈ ਹੈ, ਉਹਨੂੰ ਸਿੱਧੂ ਸਾਹਿਬ ਇੱਕ ਵਾਰ ਖੋਲ ਕੇ ਦੇਖ ਤੇ ਚੁੱਕੇ ਨੇ, ਔਰ ਉਹਦੇ ਉੱਤੇ ਪ੍ਰੈਸ ਕਾਨਫਰੰਸ ਵੀ ਕਰ ਚੁੱਕੇ ਨੇ। ਪਰ ਜਦ ਉਹ ਗੱਲ ਕਹਿੰਦੇ ਨੇ ਕਿ ਜੇ ਇਹ ਰਿਪੋਰਟ ਛੇਤੀ ਕਿਤੇ ਜਨਤਕ ਨਹੀਂ ਕੀਤੀ ਗਈ ਤੇ ਮੈਂ ਮਰਨ ਵਰਤੇ ਚਲੇ ਜਾਊਂਗਾ, ਇਹ ਇੱਕ ਪਾਸੇ ਤੇ ਚੰਨੀ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਰੇੜਕਾ ਬਣਿਆ ਹੋਇਆ ਸੀ, ਉਹ ਅੱਜ ਵੀ ਬਣਿਆ ਹੋਇਆ, ਇਸ ਗੱਲ ਨੂੰ ਵੀ ਇੰਡੀਕੇਟ ਕਰਦਾ ਹੈ। ਪਰ ਆਉਣ ਵਾਲੇ ਟਾਈਮ ਵਿੱਚ ਜੇ ਏਦਾਂ ਦੇ ਵਾਕਈ ਹਾਲਾਤ ਪੈਦਾ ਹੋ ਜਾਂਦੇ ਹੈ, ਉਹਨਾਂ ਨੂੰ ਮਰਨ ਵਰਤੇ ਬਹਿਣਾ ਪੈਂਦਾ ਹੈ, ਉਹ ਵੀ ਮੁੱਖ ਮੰਤਰੀ ਦੇ ਦਫ਼ਤਰ ਜਾਂ ਘਰ ਦੇ ਸਾਹਮਣੇ, ਤੇ ਇਹ ਇੱਕ ਅਜੀਬ ਜਿਹੀ ਸਥਿਤੀ ਹੋ ਜਾਏਗੀ। ਮੈਨੂੰ ਇਹ ਲੱਗਦਾ ਹੈ ਇਹ ਕਹਿ ਕੇ ਸਿੱਧੂ ਉਹਨਾਂ ਨੇ ਆਪਣੀ ਉਸ ਗੱਲ ਨੂੰ ਇੱਕ ਤਰੀਕੇ ਨਾਲ ਪੁਰਜੋਰ ਤਰੀਕੇ ਨਾਲ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਜੇ ਚੰਨੀ ਸਰਕਾਰ ਇਸ ਮੁੱਦੇ ਤੇ ਕੋਈ ਛੇਤੀ ਕਿਤੇ ਫੈਸਲਾ ਨਹੀਂ ਲੈਂਦੀ, ਤੇ ਉਹ ਆਪਣੀ ਸਰਕਾਰ ਨੂੰ ਵੀ ਆੜੇ ਹੱਥ ਲੈਣਗੇ। ਉਸ ਆੜੇ ਹੱਥ ਲੈਣ ਦੀ ਤਿਆਰੀ ਦਾ ਹੀ ਇੱਕ ਰੂਪ ਹੈ ਜਿਹੜੀ ਅੱਜ ਧਮਕੀ ਹੈਗੀ ਹੈ ਕਿ ਜੇ ਛੇਤੀ ਕਿਤੇ ਇਹ ਰਿਪੋਰਟ ਜਨਤਕ ਨਹੀਂ ਕੀਤੀ ਗਈ, 6 ਦਸੰਬਰ ਦੀ ਡੇਟ ਹੈ, 6 ਦਸੰਬਰ ਤੋਂ ਪਹਿਲੇ ਜੇ ਚੰਨੀ ਉਹਨਾਂ ਇਸ ਮੁੱਦੇ ਤੇ ਕੋਈ ਫੈਸਲਾ ਨਹੀਂ ਲੈਂਦੇ, ਤੇ ਫਿਰ ਇਹ ਸਿੱਧੂ ਬਨਾਮ ਚੰਨੀ ਦੀ ਲੜਾਈ ਇਹ ਕਾਫੀ ਅੱਗੇ ਨਿਕਲ ਸਕਦੀ ਹੈ, ਔਰ ਇਹਦੇ ਵਿੱਚ ਹਾਈ ਕਮਾਨ ਵੀ ਬਹੁਤਾ ਕੁਝ ਇੰਟਰਫੇਅਰ ਕਰਨ ਦੇ ਵਿੱਚ ਕੋਈ ਸਫਲ ਨਹੀਂ ਹੋਏ। ਇਹ ਵੀ ਕੋਈ ਇੱਕ ਅਨਹੋਣੀ ਨਹੀਂ ਹੋਏਗੀ, ਇਹ ਕੋਈ ਅਜੂਬਾ ਨਹੀਂ ਹੋਏਗਾ, ਕਿਉਂਕਿ ਲੜਾਈ ਸਿੱਧੂ ਉਹਨਾਂ ਜਦ ਲੜਦੇ ਨੇ ਫਿਰ ਅੱਗੇ ਪਿੱਛੇ ਨਹੀਂ ਦੇਖਦੇ, ਫਿਰ ਕੌਣ ਸਾਹਮਣੇ ਹੈਗਾ ਉਹ ਫਿਰ ਸਿਰੇ ਤੱਕ ਜਾਂਦੇ ਨੇ। ਇਹ ਅਸੀਂ ਕਈ ਵਾਰ ਦੇਖ ਚੁੱਕੇ ਹਾਂ। ਬਿਲਕੁਲ। ਅੱਜ ਮੈਂ ਸਰੋਤਿਆਂ ਨੂੰ ਦੱਸਦੇ ਹਾਂ, ਦੋਸਤਾਂ ਨੂੰ ਦੱਸਦੇ ਹਾਂ ਵੀ ਭਾਸਕਰ ਸਾਹਿਬ ਆਪਣੇ ਇੱਕ ਪਰਿਵਾਰਕ ਵਿਆਹ ਫੰਕਸ਼ਨ 'ਚ ਸ਼ਾਮਲ ਹੋਣ ਲਈ ਦਿੱਲੀ ਪਹੁੰਚੇ ਨੇ, ਔਰ ਆਪਣੇ ਪਰਿਵਾਰ ਦੇ ਘਰ ਦੇ ਵਿੱਚ ਨੇ। ਪਿੱਛੋਂ ਜੇਕਰ ਤੁਹਾਨੂੰ ਆਵਾਜ਼ਾਂ ਆਉਂਦੀਆਂ ਸੁਣਨ ਤਾਂ ਇਹਨੂੰ ਅੱਜ ਥੋੜੀ ਦੇਰ ਲਈ ਇਗਨੋਰ ਕਰ ਦਿਓ, ਕਿਉਂਕਿ ਇਹ ਰਿਸ਼ਤੇ ਨਾਤੇ ਵੀ ਨਿਭਾਉਣੇ ਪੈਂਦੇ ਆ, ਲੇਕਿਨ ਸਾਡੀ ਡਿਊਟੀ ਜਿਹੜੀ ਅਸੀਂ ਉਹਨੂੰ ਵੀ ਨਹੀਂ ਭੁੱਲਦੇ। ਖੈਰ, ਇਹ ਸਵਾਲ ਤਾਂ ਬਹੁਤ ਵੱਡਾ ਹੈ ਕਿ ਜੇ ਸਿੱਧੂ ਸਾਹਿਬ ਇਸ ਮਾਮਲੇ 'ਚ ਸਟੈਂਡ ਲੈ ਗਏ ਤਾਂ ਉਹ ਇੱਕੋ ਤੀਰ ਨਾਲ ਆਪਣੇ ਕਈ ਸ਼ਰੀਕ ਵਿੰਨ ਦੇਣਗੇ। ਉਹ ਉਹਨਾਂ ਲੋਕਾਂ ਤੇ ਜਿਨ੍ਹਾਂ ਦੇ ਖਿਲਾਫ ਉਹ ਟਵੀਟ 'ਚ ਨਾਂ ਲੈ ਕੇ ਕਹਿੰਦੇ ਰਹੇ ਆ, ਜਿਹੜੇ ਹੁਣ ਧਿਰ ਵੀ ਬਣ ਗਏ ਨੇ ਜਾ ਕੇ ਹਾਈ ਕੋਰਟ 'ਚ, ਉਹਨਾਂ ਲਈ ਤਾਂ ਮੁਸ਼ਕਲ ਖੜੀ ਕਰ ਹੀ ਦੇਣਗੇ। ਦੂਜੇ ਬੰਨੇ ਉਹ ਆਪਣੇ ਮੁੱਖ ਮੰਤਰੀ ਤੇ ਆਪਣੀ ਸਰਕਾਰ ਲਈ ਵੀ ਸਿਰਪਿੜ ਸਾਬਤ ਹੋਣਗੇ। ਔਰ ਜੇ ਇਹਦਾ ਕੋਈ ਫੈਸਲਾ ਨਾ ਹੋਇਆ ਤੇ ਇਹੀ ਮੇਨ ਮੁੱਦਾ ਬਣੂਗਾ। ਔਰ ਮੈਨੂੰ ਲੱਗਦਾ ਕਿ ਸਿੱਧੂ ਨੂੰ ਪਤਾ ਲੱਗ ਚੁੱਕਿਆ ਕਿ ਹੁਣ ਮੌਕਾ ਆ ਗਿਆ, ਆਰ-ਪਾਰ ਦੀ ਲੜਾਈ ਲੜਨੀ ਪੈਣੀ ਆ, ਤੇ ਹੁਣ ਵਿਸ਼ਵਾਸ ਵੀ ਲੋਕਾਂ ਤਾਂ ਹੀ ਕਰਨਾ ਜੇ ਜਾਨ ਹੁੱਲੀ ਜਾਊਗੀ। ਤਾਂ ਜੇ ਆਪਣਾ ਸਿਖਰਲਾ ਸਟੈਪ ਨਾ ਲਿਆ, ਲੋਕਾਂ ਦਾ ਵਿਸ਼ਵਾਸ ਉੱਠ ਜਾਣਾ, ਗੱਲਾਂ ਨਾਲ ਟਵੀਟਾਂ ਨਾਲ ਸਰਨਾ ਨਹੀਂ। ਤੇ ਸਿੱਧੂ ਜੇ ਇਸ ਤਰ੍ਹਾਂ ਦੀ ਆਪਣੀ ਜਿਹੜੀ ਅਨਾਉਂਸਮੈਂਟ ਆ ਇਹਨੂੰ ਅਮਲ 'ਚ ਲੈ ਆਉਂਦੇ ਆ, ਬਹਿ ਜਾਂਦੇ ਆ ਕਿਸੇ ਵੀ ਜਗ੍ਹਾ ਤੇ, ਕੋਈ ਵੀ ਕਾਮਨ ਜਗ੍ਹਾ ਮੱਲ ਕੇ ਬਹਿ ਜਾਂਦੇ ਆ ਜਿੱਥੇ ਉਹ ਭੁੱਖ ਹੜਤਾਲ ਕਰਨ, ਉਹ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਆ ਉਹਨਾਂ ਦੀ ਨਬਜ਼ 'ਚ ਹੋਣਗੇ। ਫਿਰ ਮੇਰਾ ਖਿਆਲ ਕੋਈ ਐਸੀ ਸੁਰਖੀ ਨਹੀਂ ਹੋਊਗੀ ਜਿਹੜੀ ਉਹਨਾਂ ਦੇ ਨਾਲ ਜੁੜ ਕੇ ਨਹੀਂ ਚੱਲੂਗੀ। ਇੱਕ ਵਾਰੀ ਫਿਰ ਨਵਜੋਤ ਸਿੰਘ ਸਿੱਧੂ ਸੁਰਖੀਆਂ 'ਚ ਆ ਜਾਣਗੇ। ਉਹ ਕਿਸ ਦਿਨ ਬੈਠਦੇ ਆ ਇਹ ਦਿਲਚਸਪ ਆ ਦੇਖਣਾ, ਵੀ ਉਹ ਫੈਸਲਾ ਕਿਸ ਦਿਨ ਕਰਦੇ ਆ। ਉਹ ਸਮੇਂ ਦੀ ਚੋਣ ਬੜੀ ਸੋਚ ਸਮਝ ਕੇ ਕਰਨਗੇ, ਮੇਰੇ ਖਿਆਲ ਕਰ ਵੀ ਚੁੱਕੇ ਹੋਣੇ ਆ ਵੀ ਇੱਥੇ ਜੇ ਜਾ ਕੇ ਕਰਨਾ। ਉਦੋਂ ਜੇ ਬਹੁਤ ਤਿੱਖਾ ਹੋਇਆ ਹੋਊਗਾ ਸਿਆਸੀ ਮਾਹੌਲ, ਤੇ ਫਿਰ ਉਹਨਾਂ ਦੀ ਆਪਣੀ ਸਰਕਾਰ ਲਈ, ਉਹਨਾਂ ਦੀ ਹਾਈ ਕਮਾਂਡ ਲਈ ਬੜਾ ਟਫ ਹੋਊਗਾ। ਐਤਕੀ ਅਸਤੀਫੇ ਨਾਲੋਂ ਵੀ ਔਖਾ
ਟਾਸਕ ਦੇ ਦੂਗੀ ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਆਪਣੀ ਹਾਈ ਕਮਾਂਡ ਨੂੰ, ਤੇ ਉਹਨਾਂ ਦੀ ਮੌਜੂਦਾ ਸਰਕਾਰ ਜਿਹੜੀ ਆ ਉਹਦੇ ਲਈ ਵੀ ਬਹੁਤ ਵੱਡਾ ਸੰਕਟ ਖੜਾ ਹੋ ਜਾਊਗਾ, ਤੇ ਵਿਰੋਧੀਆਂ ਲਈ ਤਾਂ ਉਹਨਾਂ ਦੇ ਸ਼ਰੀਕਾਂ ਲਈ ਤਾਂ ਇਹ ਵਾਟਰਲੂ ਹੋਊਗੀ। ਇੱਕ ਸਵਾਲ ਜਿਹੜਾ ਇੱਥੇ ਬਹੁਤ ਅਹਿਮ ਨਾਲ ਜੁੜ ਗਿਆ ਕਿ ਜਦੋਂ ਮੁੱਖ ਮੰਤਰੀ ਸਟੇਟ ਦੇ ਆਖਦੇ ਆ ਕਿ ਪੰਜਾਬ ਦੇ ਵਿੱਚ ਨਾ ਕੋਈ ਦਿੱਲੀ ਮਾਡਲ ਚੱਲਣਾ ਤੇ ਨਾ ਕੋਈ ਹੋਰ ਚੱਲਣਾ ਤਾਂ ਇੱਥੇ ਚੰਨੀ ਮਾਡਲ ਹੀ ਚੱਲੂ। ਹੁਣ ਚੰਨੀ ਮਾਡਲ ਦੇ ਵਿੱਚ ਕੀ ਆ? ਰਾਤਾਂ ਰਿਆਇਤਾਂ ਨੇ, ਆਮ ਬੰਦੇ ਵਰਗੀ ਕਾਰਜਸ਼ੈਲੀ ਆ, ਲੋਕਾਂ ਨੂੰ ਮਿਲਣ ਗਿਲਣ ਦੇ ਝਮੇਲੇ ਨੇ, ਹਰ ਦਿਨ ਕਈ ਸੌ ਕਿਲੋਮੀਟਰ ਦਾ ਫਾਸਲਾ ਤੈਅ ਕਰਨਾ ਹੈ, ਔਰ ਇਹ ਸਾਰੀਆਂ ਚੀਜ਼ਾਂ ਇਹਨਾਂ ਦੇ ਵਿੱਚ ਆਪਾਂ ਚੰਨੀ ਮਾਡਲ ਨੂੰ ਲਈਏ ਤਾਂ ਉਹ ਕੇਜਰੀਵਾਲ ਨੂੰ ਵੀ ਸਾਫ਼ ਕਰ ਰਹੇ ਆ, ਉਹ ਸੁਖਬੀਰ ਨੂੰ ਵੀ ਕਰ ਰਹੇ ਆ, ਪਰ ਸਭ ਤੋਂ ਉੱਪਰ ਉਹ ਨਵਜੋਤ ਸਿੰਘ ਸਿੱਧੂ ਨੂੰ ਵੀ ਸਾਫ਼ ਕਰ ਰਿਹਾ ਕਿ ਭਾਈ ਤੁਹਾਡਾ ਜਿਹੜਾ ਪੰਜਾਬ ਮਾਡਲ ਆ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਮੇਰੀ 13 ਨਕਾਤੀ ਏਜੰਡੇ ਨੂੰ ਜੇ ਮੇਰੇ ਬੌਸ ਰਾਹੁਲ ਗਾਂਧੀ ਨੇ ਪ੍ਰਵਾਨਗੀ ਦਿੱਤੀ ਤਾਂ ਉਹ ਮੈਂ ਉਹਨਾਂ ਚਿਰ ਅਮਲ 'ਚ ਨਹੀਂ ਆਉਣਾ ਜਿੰਨਾ ਚਿਰ ਮੇਰੇ ਹਾਈ ਕਮਾਂਡ ਮੈਨੂੰ ਨਹੀਂ ਕਹੂਗੀ। ਮਤਲਬ ਉਹ ਸਾਫ਼ ਚੰਨੀ ਕਰ ਰਿਹਾ ਕਿ ਮਾਡਲ ਤਾਂ ਆ ਚੁੱਕਿਆ। ਬਈ ਤੁਸੀਂ ਆਪਣਾ ਮਾਡਲ ਜੇ ਕਿਤੇ ਦਿਖਾਉਣਾ ਤੇ ਹੋਰ ਦਿਖਾਓ। ਕਾਂਗਰਸ ਦੇ ਵਿੱਚ ਤਾਂ ਹੁਣ ਚੰਨੀ ਮਾਡਲ ਚੱਲੂ ਤੇ ਪੰਜਾਬ ਦੇ ਵਿੱਚ ਚੰਨੀ ਮਾਡਲ ਬਤੌਰ ਮੁੱਖ ਮੰਤਰੀ ਚੱਲ ਰਿਹਾ, ਉਹ ਦਾਅਵਾ ਕਰ ਰਿਹਾ। ਇਹਦੇ ਕਿੰਨੇ ਕੁ ਵੱਡੇ ਅਰਥ ਲਈਏ ਤੇ ਲੜਾਈ ਅੱਗੇ ਨਾਲੋਂ ਤਿੱਖੀ ਹੋ ਜਾਊਗੀ, ਕਿਉਂਕਿ ਰੋਜ਼ ਵਾਰ ਸਿੱਧੂ ਕਰਦੇ ਸੀ, ਜੇ ਅੱਜ ਹਲਕਾ ਜਿਹਾ ਵਾਰ ਚੰਨੀ ਸਾਹਿਬ ਨੇ ਵੀ ਕਰਤਾ ਤਾਂ ਇਹਦਾ ਜਵਾਬ ਸਿੱਧੂ ਸਾਹਿਬ ਵੱਲੋਂ ਆਉਂਦਾ ਕਿ ਨਹੀਂ, ਇਹ ਦੇਖਣਾ ਹੋਊਗਾ। ਰੰਧਾਵਾ ਜੀ, 2 ਕੁ ਦਿਨ ਪਹਿਲੇ ਸਿੱਧੂ ਹੋਣਾ ਤੇ ਚੰਨੀ ਹੋਣਾ ਨਾਲ ਮਨਪ੍ਰੀਤ ਬਾਦਲ ਹੋਣਾ ਇੱਕ ਮੀਟਿੰਗ ਵਿੱਚ ਦਿੱਲੀ ਗਏ ਸੀ, ਔਰ ਕਿਹਾ ਜਾਂਦਾ ਹੈ ਕਿ ਰਾਹੁਲ ਗਾਂਧੀ ਨਾਲ, ਪ੍ਰਿਯੰਕਾ ਗਾਂਧੀ ਨਾਲ ਔਰ ਸੋਨੀਆ ਗਾਂਧੀ ਨਾਲ ਉਹਨਾਂ ਦੀ ਮੀਟਿੰਗ ਹੋਈ। ਨਹੀਂ ਹੋਈ, ਨਹੀਂ, ਮੈਂ ਸਾਫ਼ ਕਰ ਦਿਆਂ, ਮੈਂ ਇਹਦੇ ਸੰਬੰਧੀ ਘੋਖ ਕੀਤੀ। ਇਹਨਾਂ ਤਿੰਨਾਂ ਚੋਂ ਸ਼ਾਇਦ ਕੋਈ ਵੀ ਉਹਨਾਂ ਨੂੰ ਨਹੀਂ ਮਿਲਿਆ। ਜਿਹੜੇ ਕੇ ਵੇਣੂਗੋਪਾਲ ਨੇ ਉਹਨਾਂ ਨਾਲ ਇਹਨਾਂ ਦੀ ਸਿਰਫ ਮੀਟਿੰਗ ਹੋਈ ਆ। ਮੇਰਾ ਖਿਆਲ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਉਹਨਾਂ ਨੂੰ ਮਿਲ ਨਹੀਂ ਸਕੇ ਜੀ। ਉਸ ਮੀਟਿੰਗ ਦੇ ਵਿੱਚ ਕੇਸੀ ਵੇਣੂਗੋਪਾਲ ਨੇ ਕੋਈ ਪਾਠ ਪੜਾਇਆ ਹੋਏਗਾ ਯੂਨਿਟੀ ਦਾ, ਉਹ ਪਾਠ ਪੜ੍ਹ ਕੇ ਪੰਜਾਬ ਵਾਪਸ ਆਏ। ਪਰ ਇਹ ਜਿਹੜਾ ਰੇੜਕਾ ਅਸੀਂ ਦੇਖ ਰਹੇ ਹਾਂ ਉਹਦੇ ਹਿਸਾਬ ਨਾਲ ਤੇ ਲੱਗਦਾ ਹੈ ਕਿ ਬਈ ਦਿੱਲੀ ਤੋਂ ਵਾਪਸ ਆਉਣ ਤੋਂ ਬਾਅਦ ਇਹ ਤੇ ਹੁਣ ਮਰਨ ਵਰਤ ਵੱਲ ਗੱਲ ਤੁਰ ਪਈ ਹੈ। ਚੰਨੀ ਮਾਡਲ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਭਾਵੇਂ ਉਹ ਚੰਨੀ ਉਹਨਾਂ ਸੁਣਾ ਰਹੇ ਸੀਗੇ ਕੇਜਰੀਵਾਲ ਉਹਨਾਂ ਨੂੰ ਕਿ ਵੀ ਦਿੱਲੀ ਮਾਡਲ ਨਹੀਂ, ਮਾਡਲ ਤੇ ਇੱਥੇ ਪੰਜਾਬ ਵਿੱਚ ਚੰਨੀ ਮਾਡਲ ਹੀ ਚੱਲੂਗਾ। ਔਰ ਭਾਵੇਂ ਦਿੱਲੀ ਮਾਡਲ ਦੀ ਗੱਲ ਕੇਜਰੀਵਾਲ ਨੇ ਆਪਣੇ ਇਸ ਦੌਰੇ ਦੇ ਵਿੱਚ ਨਹੀਂ ਕੀਤੀ, ਪਰ ਹਾਂ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਪੰਜਾਬ ਮਾਡਲ ਦੀ ਜ਼ਰੂਰ ਗੱਲ ਕੀਤੀ ਸੀ ਲੁਧਿਆਣੇ ਦੇ ਵਿੱਚ। ਔਰ ਜਿੱਥੇ 5.5 ਰੁਪਏ ਰੇਤਾ ਕਰਨ ਦੀ ਗੱਲ ਚੰਨੀ ਉਹਨਾਂ ਕਲੇਮ ਕਰ ਰਹੇ ਸੀ, ਉਸੇ ਟਾਈਮ ਨਵਜੋਤ ਸਿੰਘ ਸਿੱਧੂ ਉਸੇ ਸਟੇਜ ਤੋਂ ਇਹ ਗੱਲ ਕਹਿ ਰਹੇ ਸੀ ਵੀ ਇਹ ਝੂਠ ਹੈ, 22 ਰੁਪਏ ਤੋਂ ਕੱਲ ਘੱਟ ਰੇਤਾ ਨਹੀਂ ਮਿਲ ਰਿਹਾ, ਔਰ ਮੈਂ ਆਉਣ ਵਾਲੇ ਟਾਈਮ ਵਿੱਚ ਇਹਨੂੰ 10 ਰੁਪਏ ਤੱਕ ਲੈ ਕੇ ਆਊਂਗਾ। ਯਾਨੀ ਆਪਣੇ ਹੀ ਮੁੱਖ ਮੰਤਰੀ ਦੇ ਕਲੇਮ ਨੂੰ ਉਹ ਕੰਡਮ ਕਰ ਰਹੇ ਸੀਗੇ, ਇੱਕ ਤਰੀਕੇ ਨਾਲ ਉਹਨੂੰ ਕ੍ਰਿਟਿਸਾਈਜ਼ ਕਰ ਰਹੇ ਸੀਗੇ। ਪਰ ਅੱਜ ਜਦ ਚੰਨੀ ਮਾਡਲ ਦੀ ਗੱਲ ਕਰਦੇ ਨੇ, ਭਾਵੇਂ ਨਾਂ ਲਿੱਤਾ ਜਾ ਰਿਹਾ ਸੀ ਕੇਜਰੀਵਾਲ ਉਹਨਾਂ ਦਾ, ਪਰ ਸੁਣਾ ਰਹੇ ਸੀਗੇ ਸਿੱਧੂ ਉਹਨਾਂ ਨੂੰ, ਉਹ ਸਿੱਧੂ ਜਿਹੜੇ ਮਰਨ ਵਰਤ ਦੀ ਅੱਜ ਧਮਕੀ ਦੇ ਚੁੱਕੇ ਨੇ। ਇਹ ਲੜਾਈ ਹੁਣ ਅੱਗੇ ਵਧਣ ਵਾਲੀ ਹੈ। ਦੂਜੇ ਪਾਸੇ ਮਹਾਰਾਜਾ ਪਟਿਆਲਾ ਉਹ ਵੀ ਤਿਆਰ ਨੇ, ਭਾਵੇਂ ਉਹਨਾਂ ਨੂੰ ਕਾਰਪੋਰੇਸ਼ਨ ਜਾਣਾ ਪਏ, ਪਰ ਉਸ ਲੜਾਈ ਨੂੰ ਸਿਰੇ ਤੱਕ ਲੈ ਕੇ ਜਾਣਾ ਚਾਹੁੰਦੇ ਨੇ। ਯਾਨੀ ਕਾਂਗਰਸ ਦੀ ਇਹ ਜਿਹੜੀ ਟ੍ਰਾਇੰਗਲ ਫਾਈਟ ਚੱਲ ਰਹੀ ਹੈ, ਉਹਦੇ ਵਿੱਚ ਚੰਨੀ ਉਹਨਾਂ ਦਾ ਔਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਦੁਸ਼ਮਣ ਇੱਕੋ ਹੀ ਲੱਗਦਾ, ਨਵਜੋਤ ਸਿੰਘ ਸਿੱਧੂ। ਕੀ ਨਵਜੋਤ ਸਿੰਘ ਸਿੱਧੂ ਇਹਨਾਂ ਦੋਨਾਂ ਤੇ ਭਾਰੀ ਪਏਗਾ? ਕੀ ਉਹ 2 ਮੋਰਚੇ ਸੰਭਾਲ ਕੇ ਅੱਗੇ ਤੁਰ ਸਕਦਾ ਹੈ? ਪਰ ਜੋ ਸੁਭਾਅ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਹੈਗਾ, ਉਹ ਆਪਣੇ ਦੁਸ਼ਮਣ ਨੂੰ ਹਮੇਸ਼ਾ ਹੈਡ ਔਨ ਲੈਂਦੇ ਹੈ। ਹੈਡ ਔਨ ਮਤਲਬ ਪੂਰੀ ਲੜਾਈ ਭਾਵੇਂ ਬਿਆਨਬਾਜ਼ੀ ਕਰਕੇ ਜਾਂ ਫਿਰ ਕੱਪੜਿਆਂ ਤੋਂ ਨਿਕਲ ਕੇ ਜਿਹੜੀ ਗੱਲਾਂ ਉਹ ਕਰਦੇ ਹੁੰਦੇ, ਜਿਨ੍ਹਾਂ ਪੰਜਾਬੀ 'ਚ ਕਹਿੰਦੇ ਆ ਵੀ ਕੱਪੜਿਆਂ 'ਚ ਨਿਕਲ ਜਾਂਦੇ ਆ ਕਈ ਵਾਰ, ਔਰ ਪੂਰੀ ਜ਼ੋਰ ਸ਼ੋਰ ਨਾਲ ਆਪਣੇ ਐਲੀਗੇਸ਼ਨ ਹੋਣ ਜਾਂ ਕਿਸੇ ਦੀ ਖਿਲਾਫਤ ਹੋਏ, ਔਰ ਉਹਨਾਂ ਦੇ ਭਾਸ਼ਣ ਦੇ ਵਿੱਚ ਠੋਕੋ ਤਾਲੀ ਦਾ ਸ਼ਬਦ ਬਾਰ-ਬਾਰ ਯੂਜ਼ ਕੀਤਾ ਜਾਂਦਾ ਹੈ। ਕਿ ਉਹ ਠੋਕੋ ਤਾਲੀ ਵਾਲਾ ਹੁਣ ਸ਼ਬਦ ਚੰਨੀ ਉਹਨਾਂ ਦੇ ਖਿਲਾਫ ਯੂਜ਼ ਕੀਤਾ ਜਾਏਗਾ? ਜੇ ਬਾਕੀ ਮਰਨ ਵਰਤੀ 'ਚ ਬੈਠ ਜਾਂਦੇ ਨੇ ਤੇ ਇਹ ਲੜਾਈ, ਇਹ ਗੱਲ ਕਿੱਥੇ ਤੱਕ ਜਾਏਗੀ? ਇਹ ਤੇ ਰੰਧਾਵਾ ਜੀ ਆਉਣ ਵਾਲੇ ਟਾਈਮ ਵਿੱਚ ਤੁਹਾਨੂੰ ਵੀ ਕਮਰ ਕੱਸਣੀ ਪਏਗੀ। ਪਤਾ ਚੱਲਿਆ ਪਟਿਆਲੇ ਜਾਓ, ਉੱਥੇ ਰੌਲਾ ਪਿਆ ਹੋਇਆ, ਅੰਮ੍ਰਿਤਸਰ ਤੋਂ ਤੁਸੀਂ ਬੈਠੇ ਹੀ ਹੈਗੇ ਹੋ, ਤੇ ਅੰਮ੍ਰਿਤਸਰ ਵੀ ਤੁਹਾਡੇ ਘਰ ਦੇ ਕੋਲ ਹੀ ਕੁਝ ਏਦਾਂ ਦਾ ਹੋਣ ਵਾਲਾ ਹੈ, ਜਿਹਦੇ ਵਿੱਚ ਕਾਂਗਰਸ ਫੇਰ ਜਿਹਦੀ ਗਲੀ ਮੁਹੱਲਿਆਂ ਦੀ ਲੜਾਈ ਹੁੰਦੀ ਹੈ, ਉੱਦਾਂ ਦੀ ਲੜਾਈ ਨਾ ਛਿੜ ਜਾਏ। ਪਰ ਗੱਲ ਉਸ ਪਾਸੇ ਹੀ ਤੁਰ ਰਹੀ ਹੈ। ਚੰਨੀ ਮਾਡਲ, ਹੁਣ ਚੰਨੀ ਮਾਡਲ ਨਵਾਂ ਆ ਗਿਆ। ਸਿੱਧੂ ਉਹਨਾਂ ਪੰਜਾਬ ਮਾਡਲ ਦੀ ਗੱਲ ਕਰ ਰਹੇ ਸੀ, ਕੇਜਰੀਵਾਲ ਉਹਨਾਂ ਦਿੱਲੀ ਮਾਡਲ ਦੀ ਗੱਲ ਕਰ ਰਹੇ ਸੀਗੇ। ਹੁਣ ਇੱਕ ਸੁਖਬੀਰ ਉਹਨਾਂ ਵੀ ਕੈਲੀਫੋਰਨੀਆ, ਪੈਰਿਸ ਮਾਡਲ ਦੀ ਗੱਲ ਪਹਿਲੇ
ਅਕਸਰ ਕਰਦੇ ਰਹੇ ਨੇ। ਹੁਣ ਕਿਹੜਾ ਹੂੰ ਮਾਡਲ ਚੱਲੂਗਾ ਪੰਜਾਬ ਦੇ ਵਿੱਚ ਔਰ ਕਿਹੜਾ ਮਾਡਲ ਫਾਈਨਲਾਈਜ਼ ਹੋਏਗਾ ਭਾਵੇਂ ਵੱਖ-ਵੱਖ ਪਾਰਟੀਆਂ ਦੀ ਹਾਈਕਮਾਨ ਦੁਆਰਾ, ਇਹ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੇਗਾ। ਪਰ ਇਲੈਕਸ਼ਨ ਇੰਟਰਸਟਿੰਗ ਬਹੁਤ ਹੋਣੇ। ਬਿਲਕੁਲ ਹੋਣੇ ਆ, ਦਿਲਚਸਪ ਹੋਣੇ ਆ, ਪਰ ਇੱਕ ਚੀਜ਼ ਹੋਰ ਵੀ ਅਹਿਮ ਆ ਕਿ ਐਤਕੀ ਕੁੰਡੀਆਂ ਦੇ ਸਿੰਘ ਫਸਣ ਵਾਲੀ ਕੀ ਗੱਲ ਆ। ਐਤਕੀ ਲੜਾਈ ਵੱਡੇ ਵੱਡੇ ਘਰਾਂ ਦੀ ਹੈ, ਸਾਰੇ ਹੀ। ਸੁਖਬੀਰ ਬਾਦਲ ਦੇ ਵੀ ਮਹਿਲ ਕਿਸੇ ਤੋਂ ਭੁੱਲੇ ਨਹੀਂ, ਤੇ ਮਹਿਲਾਂ ਵਾਲਿਆਂ ਦੇ ਮਹਿਲ ਤੇ ਹੈਗੇ ਹੀ ਆ, ਤੇ ਸਿੱਧੂ ਨੇ ਵੀ ਕੋਈ ਮਹਿਲ ਤੋਂ ਘੱਟ ਨਹੀਂ ਗੱਲ ਰੱਖੀ। ਤੇ ਕਹਿੰਦੇ ਚੰਨੀ ਸਾਹਿਬ ਹੈ ਭਾਵੇਂ ਆਮ ਆਦਮੀ, ਪਰ ਮਹਿਲ ਉਹਨਾਂ ਦਾ ਵੀ ਵੇਖਣ ਵਾਲੇ ਨੇ। ਗੱਲ ਹੁਣ ਸਿਰੇ ਲੱਗੂ, ਗੱਲ ਆਰ ਪਾਰ ਤੇ ਆ ਗਈ, ਗੱਲ ਆ ਧਾ ਤੇ ਆ ਗਈ। ਹੁਣ ਤਾਂ ਉਹੀ ਜਿੱਤੂ ਜਿਹੜਾ ਸਿਰ ਧੜ ਦੀ ਬਾਜੀ ਲਾਊ। ਹੁਣ ਕੈਪਟਨ ਅਮਰਿੰਦਰ ਸਿੰਘ ਦਾ ਪਟਿਆਲੇ ਜਾ ਕੇ ਇੱਕ ਨਿਗਮ ਦੀ ਲੜਾਈ ਲੜਨ ਦਾ ਮਤਲਬ ਸਾਫ਼ ਹੈ ਕਿ ਆਉਂਦੇ ਦਿਨੀ ਹੁਣ ਲੜਾਈ ਮਹਿਲਾਂ ਚੋਂ ਨਹੀਂ ਲੜੀ ਜਾਣੀ, ਹੁਣ ਸੜਕ ਤੇ ਆ ਜਾਣੀ ਆ, ਜ਼ਮੀਨ ਤੇ ਆ ਜਾਣੀ ਹੈ, ਤੇ ਉਸ ਵਿੱਚ ਹਰ ਤਰ੍ਹਾਂ ਦੀ ਸੱਤਾ ਦਾ ਇਸਤੇਮਾਲ ਕੀਤਾ ਜਾਊਗਾ। ਇਹ ਬਹੁਤ ਟਿਕ ਟਿਕੀ ਲਾ ਕੇ ਦੇਖਣਾ ਹੋਊਗਾ ਕਿ ਨਵਜੋਤ ਸਿੰਘ ਸਿੱਧੂ ਆਪਣੀ ਹਾਈ ਕਮਾਂਡ ਨੂੰ ਆਪਣੇ ਤੇ ਗੁਣਾ ਪਵਾਉਣ ਲਈ, ਆਪਣੇ ਤੇ ਫੋਕਸ ਰਹਿਣ ਲਈ ਕਦੋਂ ਤੱਕ ਮਨਾ ਪਾਉਂਦੇ ਆ, ਜਾਂ ਕਦੋਂ ਤੱਕ ਉਹ ਕਾਂਗਰਸ ਵਿੱਚੋਂ ਬਾਹਰ ਜਾਂਦੇ ਆ, ਤੇ ਬਾਹਰ ਜਾ ਕੇ ਉਹ ਕਿਸ ਧਿਰ ਨਾਲ ਜੁੜਦੇ ਆ। ਇਹ ਵੇਖਣ ਨੂੰ ਤਾਂ ਅਟਪਟੀ ਲੱਗੂਗੀ ਕਿ ਕਿਸੇ ਪਾਰਟੀ ਦਾ ਪ੍ਰਧਾਨ ਕਿਉਂ ਛੱਡ ਕੇ ਜਾਊਗਾ, ਲੇਕਿਨ ਸਿੱਧੂ ਦਾ ਟੀਚਾ ਜੇ ਸਰ ਨਹੀਂ ਹੁੰਦਾ, ਉਹ ਇਸ ਤੋਂ ਅੱਗੇ ਲੜਾਈ ਲੜਨਾ ਨਹੀਂ ਚਾਹਣਗੇ। 2022 ਦਾ ਉਹਨਾਂ ਨੇ ਇੱਕ ਮਕਸਦ ਮਿੱਥਿਆ ਕਿ ਜੇ ਐਤਕੀ ਨਹੀਂ ਤੇ ਫਿਰ ਕਦੇ ਨਹੀਂ, ਤੇ ਜੇ ਐਤਕੀ ਕਰਨਾ ਹੈ ਤਾਂ ਉਹ ਸਿਖਰਲੀ ਲੜਾਈ ਲੜਨ ਨੂੰ ਤਿਆਰ ਲੱਗਦੇ ਆ। ਮੈਨੂੰ ਲੱਗਦਾ ਹੈ ਕਿ ਜੇ ਕਾਂਗਰਸ ਨੇ ਚਿਹਰਾ ਨਾ ਬਣਾਇਆ, ਚਿਹਰਾ ਉਹ ਬਣਨਗੇ। ਉਹਦੇ ਨਤੀਜੇ ਕੀ ਹੁੰਦੇ ਆ ਕੀ ਨਹੀਂ, ਇਹ ਵੱਖਰੀ ਗੱਲ ਆ। ਬਹੁਤ ਮਿਹਰਬਾਨੀ ਭਾਸਕਰ ਸਾਹਿਬ, ਤੁਸੀਂ ਲਓ ਨਜ਼ਾਰੇ, ਲੁੱਟੋ ਬੁੱਲੇ, ਪਰ ਦਿੱਲੀ 'ਚ ਪ੍ਰਦੂਸ਼ਣ ਬਹੁਤ ਆ, ਜ਼ਰਾ ਬਚ ਬਚਾ ਕੇ। ਮਿਹਰਬਾਨੀ। ਧੰਨਵਾਦ ਜੀ, ਧੰਨਵਾਦ।